ਗੁਰੂ ਨਾਨਕ ਦੇਵ ਮਹਾਰਾਜ ਸਮੁੰਦਰ 'ਤੇ ਤੁਰੇ ਜਾਂਦੇ, ਜਾਂਦਿਆਂ ਬੜਾ ਵਕਤ ਲੱਗਿਆ। ਮਰਦਾਨਾ ਪੁੱਛਣ ਲੱਗਿਆ, ਗਰੀਬ ਨਵਾਜ਼ ਕਾਹਤੇ ਜਾਂਦੇ ਆ? ਕਹਿਣ ਲੱਗੇ, ਭਾਈ ਮੱਛ ਦੀ ਪਿੱਠ 'ਤੇ ਜਾ ਰਹੇ ਹਾਂ। ਪੁੱਛਿਆ, ਗਰੀਬ ਨਵਾਜ਼ ਮੱਛ ਕਿੱਡਾ ਕੁ ਲੰਬਾ ਹੈ? ਬੜੀ ਦੇਰ ਦੇ ਚੱਲੇ ਹਾਂ। ਕਹਿਣ ਲੱਗੇ, ਹਾਂ ਭਾਈ 100 ਮੀਲ ਲੰਬਾ ਮੱਛ ਹੈ। ਜਾਂਦੇ ਉਹਦੇ ਸਿਰ 'ਤੇ ਰਾਤ ਕੱਟੀ। ਸਵੇਰ ਹੁੰਦਿਆਂ ਉਹਦੇ ਸਰੀਰ ਦਾ ਅੰਤ ਹੋ ਗਿਆ। ਉਹਦੀ ਰੂਹ ਜਿਸਮ ਵਿੱਚੋਂ ਨਿਕਲ ਕੇ ਆਸਮਾਨ ਵਿੱਚ ਰੋਸ਼ਨੀ ਹੁੰਦੀ ਹੈ ਔਰ ਕੁਝ ਬੇਨਤੀ ਕਰਦੀ ਹੈ। ਹਾਂ, ਰੂਹ ਕਹਿੰਦੀ ਹੈ, ਮਹਾਰਾਜ ਬੜੀ ਕਿਰਪਾ ਕੀਤੀ ਆਪ ਨੇ, ਮੇਰੇ ਸਰਾਪ ਦਾ ਖਾਤਮਾ ਕੀਤਾ। ਇਹ ਵਚਨ ਸੁਣ ਕੇ ਗੁਰੂ ਜੀ ਕਹਿਣਗੇ, ਭਾਈ ਬਾਲਾ ਇਸ ਨੂੰ ਪੁੱਛੇ ਕੌਣ ਹੈ? ਇਸ ਨੂੰ ਕਿਸ ਨੇ ਸਰਾਪ ਦਿੱਤਾ? ਸਰਾਪ ਦੇ ਖਾਤਮੇ ਦੀ ਬਾਬਤ ਕਿਸ ਨੇ ਕੀ ਕੁਛ ਕਿਹਾ? ਜ਼ਰਾ ਖੋਲ ਕੇ ਇਸ ਤੋਂ ਇਹਦੀ ਹਕੀਕਤ ਪੁੱਛ। ਭਾਈ ਬਾਲੇ ਨੇ ਕਿਹਾ, ਤੂੰ ਕੌਣ ਹੈ? ਆਪਣੀ ਹਕੀਕਤ ਖੋਲ ਕੇ ਦੱਸ। ਉਸਨੇ ਕਿਹਾ, ਭਾਈ ਬਾਲਾ ਮੈਂ ਤ੍ਰੇਤੇ ਯੁੱਗ ਦੇ ਵਿੱਚ ਮਿਥਿਲਾਪੁਰੀ, ਜਿੱਥੇ ਦਾ ਰਾਜਾ ਜਨਕ ਸੀ, ਰਾਜਾ ਵੀ ਸੀ ਔਰ ਬ੍ਰਹਮ ਗਿਆਨੀ ਵੀ ਸੀ, ਉੱਥੇ ਮੈਂ ਰਹਿੰਦਾ ਹੁੰਦਾ। ਉੱਥੇ ਮੈਂ ਜਲ ਧਾਰੇ ਔਰ ਧੂਈਆਂ ਤਾਪਣੀਆਂ ਇਹ ਜਿਹੀ ਤਪੱਸਿਆ ਕਰਦਾ। 3 ਕਿਸਮ ਦੀ ਤਪੱਸਿਆ ਸ਼ਾਸਤਰਕਾਰਾਂ ਨੇ ਮੰਨੀ ਹੈ। ਇੱਕ ਤਾਮਸੀ ਤਪੱਸਿਆ ਹੈ, ਇੱਕ ਰਾਜਸੀ ਤਪੱਸਿਆ ਹੈ, ਇੱਕ ਸਾਂਤਕੀ ਤਪੱਸਿਆ ਹੈ। ਤਾਮਸੀ ਤਪੱਸਿਆ ਕੀ ਹੈ? ਸਰੀਰ ਨੂੰ ਜ਼ਿਆਦਾ ਕਸ਼ਟ ਦੇਣਾ, ਜਲ ਧਾਰੇ ਕਰਨੇ, ਧੂਈਆਂ ਤਾਪਣੀਆਂ ਔਰ ਕਈ ਤਰੀਕੇ ਸੇ ਦੇਹ ਨੂੰ ਕਸ਼ਟ ਦੇਣ ਦਾ ਨਾਮ ਤਾਮਸੀ ਤਪ ਹੈ। ਰਾਜਸੀ ਤਪ ਕੀ ਹੈ? ਇੰਦਰੀਆਂ ਦੇ ਸੰਯਮ ਦਾ ਨਾਮ। ਅੱਖਾਂ ਨੂੰ ਬੁਰੀ ਨਿਗਾਹਾਂ ਤੋਂ, ਕੰਨਾਂ ਨੂੰ ਨਿੰਦਾ ਚੁਗਲੀ ਤੋਂ, ਜ਼ੁਬਾਨ ਨੂੰ ਨਿੰਦਾ ਚੁਗਲੀ ਕਰਨ ਤੋਂ ਇਤਿਆਦਿ। ਇਸੀ ਤਰ੍ਹਾਂ 5 ਜੋ ਗਿਆਨ ਇੰਦਰੀਆਂ ਹਨ, ਇਹਨਾਂ ਨੂੰ ਆਪਣੇ ਆਪਣੇ ਵਿਸ਼ਾ ਤੋਂ ਰੋਕਣ ਦਾ ਨਾਮ ਹੀ ਰਾਜਸੀ ਤਪ ਹੈ। ਫਿਰ ਸਾਂਤਕੀ ਤਪ ਕੀ ਹੈ? ਸਾਂਤਕੀ ਤਪ ਹੈ ਮਨ ਦੀ ਬਿਰਤੀ ਨੂੰ ਰੋਕਣਾ। ਭਾਵੇਂ ਸ਼ੀਸ਼ ਮਹਿਲਾਂ ਵਿੱਚ ਬੈਠ ਕੇ ਰੋਕ ਲਏ, ਬਾਣੀ ਦੁਆਰਾ, ਸਿਮਰਨ ਦੁਆਰਾ, ਗੁਰੂ ਚਰਨਾਂ ਦੇ ਧਿਆਨ ਦੁਆਰਾ, ਕੀਰਤਨ ਦੁਆਰਾ, ਵਿਚਾਰ ਦੁਆਰਾ ਬਿਰਤੀ ਨੂੰ ਰੋਕਣ ਦਾ ਨਾਮ ਹੀ, ਬਿਰਤੀ ਦੇ ਟਿਕਾਅ ਦਾ ਨਾਮ ਹੀ ਸਤੋਗੁਣੀ ਤਪ ਹੈ। ਇਹਨਾਂ ਤਪਾਂ ਦੇ ਵਿੱਚ ਬੜਾ ਅੰਤਰਾ ਹੈ, ਬੜਾ ਭੇਦ ਹੈ। ਤਮੋਗੁਣੀ ਤਪ ਤਾਂ ਇਹੋ ਜਿਹਾ ਹੈ ਜਿਵੇਂ ਇੱਕ ਲੱਕੜਹਾਰਾ ਸ਼ਹਿਰ 'ਚੋਂ ਨਿਕਲ ਜਾਏ, ਸਵੇਰੇ ਘਰੋਂ ਚਲਾ ਜਾਂਦਾ ਹੈ, ਸਾਰਾ ਦਿਨ ਜੰਗਲ ਵਿੱਚ ਇੱਕ ਭਰਾ ਲੱਕੜਾਂ ਦਾ ਇਕੱਠਾ ਕਰਦਾ ਹੈ, ਸ਼ਾਮ ਨੂੰ ਆ ਕੇ ਬਾਜ਼ਾਰ ਵਿੱਚ ਵੇਚਦਾ ਹੈ, ਉਹਦੇ 5-4 ਰੁਪਏ ਕਮਾਉਂਦਾ। ਖੇਚਲ ਬੜੀ ਹੋਈ ਲੇਕਿਨ ਫਲ ਥੋੜ੍ਹਾ ਹੋਇਆ। ਔਰ ਇਹ ਤਾਂ ਹੋ ਗਈ ਤਮੋਗੁਣੀ ਤਪ। ਔਰ ਸਤੋਗੁਣੀ ਤਪ ਕੀ ਹੈ? ਜੁਆਰੀ ਦੀ ਨਿਆਈ। ਇੱਕ ਜੁਆਰੀ, ਹੀਰੇ ਲਾਲ ਜਵਾਹਰਾਂ ਦਾ ਵਣਜ ਕਰਨ ਵਾਲਾ ਦੁਕਾਨਦਾਰ ਆਰਾਮ ਨਾਲ ਆਪਣੀ ਦੁਕਾਨ 'ਤੇ ਕੁਰਸੀ 'ਤੇ ਬੈਠਾ ਰਹਿੰਦਾ ਹੈ। ਰੋਜ਼ ਨਾ ਵੀ ਆਵੇ ਕੋਈ ਖਰੀਦਾਰ, 2-4, 10-20 ਦਿਨ ਪਿੱਛੋਂ ਵੀ ਇੱਕ ਅੱਧਾ ਖਰੀਦਾਰ ਆ ਜਾਏ, ਹਜ਼ਾਰਾਂ ਰੁਪਏ ਕਮਾ ਲੈਂਦਾ। ਖੇਚਲ ਥੋੜ੍ਹੀ, ਫਲ ਬਹੁਤਾ। ਸਤੋਗੁਣੀ ਤਪ ਜਿਹੜਾ ਹੈ ਇਹ ਜੁਆਰੀ ਵਾਂਗੂ ਹੈ। ਤਮੋਗੁਣੀ ਤਪ ਜਿਹੜਾ ਹੈ ਇਹ ਲੱਕੜਹਾਰੇ ਵਾਂਗੂ ਹੈ। ਇਸ ਕਰਕੇ ਤਮੋਗੁਣੀ ਤਪ ਦੇ ਵਿੱਚ ਖੇਚਲ ਬਹੁਤੀ ਹੈ, ਕਸ਼ਟ ਬਹੁਤਾ ਹੈ, ਫਲ ਥੋੜ੍ਹਾ। ਸਤੋਗੁਣੀ ਜੋ ਤਪ ਹੈ ਇਹਦੇ ਵਿੱਚ ਖੇਚਲ ਥੋੜ੍ਹੀ, ਫਲ ਬਹੁਤਾ ਹੈ। ਸਤਸੰਗ ਦੇ ਵਿੱਚ ਬਿਰਤੀ ਜੋੜਨੀ ਹਰੀ ਜਸ ਵਿੱਚ, ਇਸ ਦਾ ਨਾਮ ਸਤੋਗੁਣੀ ਤਪ ਹੈ। ਇਹ ਤਮੋਗੁਣੀ ਰਜੋਗੁਣੀ ਨਾਲੋਂ ਵਿਸ਼ੇਸ਼ ਚੰਗਾ, ਸਾਰਿਆਂ ਨਾਲੋਂ ਚੰਗਾ, ਸਿਰੇ ਦਾ ਡੰਡਾ ਹੈ। ਯਾਨੀ ਉਹ ਰੂਹ ਕਹਿੰਦੀ ਹੈ ਵੀ ਮੈਂ ਮਿਥਿਲਾਪੁਰੀ ਵਿੱਚ ਰਹਿੰਦਾ ਹੋਇਆ ਇੱਕ ਤਮੋਗੁਣੀ ਤਪੱਸੀ ਸੀ। ਸਰਦੀ ਦੇ ਮਹੀਨੇ ਜਲ ਧਾਰੇ ਕਰਦਾ, ਗਰਮੀ ਦੇ ਮੌਸਮ ਵਿੱਚ ਦੁਪਹਿਰ ਦੇ ਵੇਲੇ
ਪੰਜ ਧੂਈਆਂ ਲਗਾ ਕੇ ਪੰਜ ਅਗਨ ਤਾਪਿਆ ਕਰਦਾ, ਜਿਹਨੂੰ ਧੂਈਆਂ ਤਾਪਣੀਆਂ ਕਹਿੰਦੇ। ਸਰੀਰ ਨੂੰ ਕਸ਼ਟ ਯਾਨੀ ਗਰਮੀ, ਇੱਕ ਤਾਂ ਦੁਪਹਿਰ ਦੇ ਵੇਲੇ ਵੈਸੇ ਗਰਮੀ ਹੁੰਦੀ ਹੈ, ਇੱਕ ਅੱਗ ਵਿੱਚ ਬੈਠਣਾ, ਇਹ ਇਸ ਕਰਕੇ ਇਉਂ ਕਰਦਾ ਹੁੰਦਾ। ਕਈ ਸਾਲ ਗੁਜ਼ਰ ਗਏ। ਇੱਕ ਦਫਾ ਦਾ ਜ਼ਿਕਰ ਕਹਿੰਦਾ, ਮੈਂ ਸ਼ਹਿਰ ਦੇ ਵਿੱਚ ਇੱਕ ਤਲਾਅ ਹੈ, ਹੁਣ ਬਜਾਏ ਜਲਧਾਰੇ ਕਰਨ ਦੇ ਮੈਂ ਪਾਣੀ ਵਿੱਚ ਖੜਦਾ ਹੁੰਦਾ, ਗਲ ਗਲ ਪਾਣੀ, ਠੰਡੇ ਪਾਣੀ ਵਿੱਚ ਖੜ੍ਹ ਕੇ ਤਪ ਕਰਦਾ। ਮੈਂ ਪਾਣੀ ਵਿੱਚ ਖੜ੍ਹਾ ਤਪ ਕਰ ਰਿਹਾ, ਕੁਛ ਲੋਕ ਇੱਧਰ ਉੱਧਰ ਪਾਸ ਬੈਠੇ ਹਨ ਉਹ ਤਲਾਅ ਦੇ ਕਿਨਾਰੇ 'ਤੇ। ਉਦੋਂ ਰਾਜਾ ਜਨਕ ਜੀ ਦੀ ਸਵਾਰੀ ਆ ਗਈ। ਉਹਨਾਂ ਮੇਰੇ ਵੱਲ ਦੇਖ ਕੇ ਕਿਹਾ, ਬਹੁਤ ਚਿਰ ਹੋ ਗਿਆ ਇਸ ਬਰਮੀ ਨੂੰ ਕੁੱਟਦੇ ਨੂੰ। ਬਰਮੀ ਦੇ ਕੁੱਟੇ 'ਤੇ ਸੱਪ ਨਹੀਂ ਮਰਦਾ ਹੁੰਦਾ, ਸੱਪ ਮਰਦਾ ਸੱਪ ਦੇ ਸਿਰ ਵਿੱਚ ਸੋਟਾ ਪਵੇ ਤਾਂ। ਇਸੀ ਤਰ੍ਹਾਂ ਸਰੀਰ ਰੂਪੀ ਬਰਮੀ ਹੈ, ਮਨ ਰੂਪੀ ਸੱਪ ਹੈ। ਕਾਬੂ ਤਾਂ ਮਨ ਨੂੰ ਕਰਨਾ ਹੈ। ਸਰੀਰ ਨੂੰ ਕਸ਼ਟ ਦਿੱਤਿਆਂ ਮਨ ਕਾਬੂ ਨਹੀਂ ਹੁੰਦਾ। ਸਰੀਰ ਨੂੰ ਦੁੱਖ ਦੇਣਾ ਮਾਨੋ ਬਰਮੀ ਕੁੱਟਣੀ ਹੈ। ਇਸ ਨੂੰ ਦੁੱਖ ਦਿੰਦਿਆਂ ਬੜਾ ਸਮਾਂ ਗੁਜ਼ਰ ਗਿਆ, ਕਿੰਨੇ ਸਾਲ ਗੁਜ਼ਰ ਗਏ। ਹੁਣ ਤੂੰ ਸਤੋਗੁਣੀ ਤਪ ਕਰਿਆ ਕਰ, ਸਤਸੰਗ ਕੀਤਾ ਕਰ, ਮਨ ਚਿੱਤ ਲਗਾ ਕੇ ਸਤਿਪੁਰਸ਼ਾਂ ਦਾ। ਇਹ ਇੰਨੀ ਗੱਲ ਕਹਿ ਕੇ ਉਹ ਗੁਜ਼ਰ ਗਏ, ਪਾਲਕੀ ਦੇ ਉੱਪਰ ਸਵਾਰ ਸਨ। ਮੈਂ ਇਹ ਗੱਲ ਸੁਣ ਲਈ, ਇਹ ਕੰਨ ਪਾਈ ਇੱਧਰ ਕੱਢਤੀ। ਯਾਨੀ ਜਿਸ ਗੱਲ 'ਤੇ ਅਮਲ ਨਾ ਕਰਨਾ ਹੋਵੇ ਉਹਨੂੰ ਕਹਿੰਦੇ ਹੁਣ ਇਹ ਕੰਨ ਪਾਈ ਅਤੇ ਇੱਧਰੋਂ ਕੱਢ। ਸੋ ਇਉਂ ਇਸ ਕਰਕੇ ਇਉਂ ਮੈਂ ਅਮਲ ਨਹੀਂ ਕੀਤਾ, ਉਸੀ ਤਰ੍ਹਾਂ ਪਾਣੀ ਵਿੱਚ ਖੜ੍ਹਦਾ ਰਿਹਾ। ਫਿਰ ਕੁਝ ਦਿਨ ਤੋਂ ਬਾਅਦ ਉਹਨਾਂ ਦਾ ਗੁਜ਼ਰ ਉੱਧਰ ਦੀ ਹੋਇਆ। ਫਿਰ ਮੇਰੇ ਵੱਲ ਦੇਖ ਕੇ ਕਹਿਣ ਲੱਗੇ, ਤੈਨੂੰ ਉਸ ਦਿਨ ਵੀ ਕਿਹਾ ਸੀ, ਹੁਣ ਇਸ ਤਮੋਗੁਣੀ ਤਪ ਨੂੰ ਛੱਡ ਕੇ ਤੂੰ ਸਤੋਗੁਣੀ ਤਪ ਕਰਿਆ ਕਰ, ਮਨ ਚਿੱਤ ਲਗਾ ਕੇ ਸਤਸੰਗ ਕੀਤਾ ਕਰ। ਫਿਰ ਮੈਂ ਸੁਣ ਕੇ ਅਣਸੁਣੀ ਕਰ ਦਿੱਤੀ। ਤੀਜੀ ਦਫਾ ਫਿਰ ਉੱਧਰ ਦੀ ਗੁਜ਼ਰ ਹੋਇਆ ਉਹਨਾਂ ਦਾ। ਮੇਰੇ ਵੱਲ ਦੇਖ ਕੇ ਕਹਿਣ ਲੱਗੇ, ਦੋ ਦਫਾ ਤੈਨੂੰ ਸਮਝਾਇਆ, ਫਾਇਦੇ ਦੀ ਗੱਲ ਨਹੀਂ, ਤੂੰ ਮੰਨਦਾ ਹੈ। ਹਾਂ ਅੱਛਾ, ਤੇਰੀ ਖੁਸ਼ੀ ਹੈ ਜੇਕਰ ਤੈਨੂੰ ਪਾਣੀ ਹੀ ਚੰਗਾ ਲੱਗਦਾ ਹੈ। ਇਹ ਸਰੀਰ ਨੂੰ ਛੱਡ ਕੇ ਤੇਰੀ ਥੋੜ੍ਹੀ ਉਮਰ ਰਹਿੰਦੀ ਹੈ। ਹੁਣ ਤ੍ਰੇਤੇ ਯੁੱਗ ਦੇ ਵਿੱਚ ਬੜੀਆਂ ਉਮਰਾਂ ਹੁੰਦੀਆਂ, 10-10 ਹਜ਼ਾਰ ਵਰਸ ਦੀ ਉਮਰ ਹੁੰਦੀ। ਤੇਰੀ ਥੋੜ੍ਹੀ ਉਮਰ ਰਹਿੰਦੀ ਹੈ, ਇਸ ਉਮਰ ਨੂੰ ਭੁਗਤ ਕੇ ਇਹ ਸਰੀਰ ਨੂੰ ਛੱਡ ਕੇ ਤੂੰ ਮੱਛ ਦੀ ਜੋਨੀ ਪਵੇਂਗਾ, 100 ਮੀਲ ਲੰਬਾ ਮੱਛ ਹੋਵੇਂਗਾ। ਇਹ ਗੱਲ ਸੁਣ ਕੇ ਮੈਂ ਬੜਾ ਡਰਿਆ ਵੀ ਇਹ ਬ੍ਰਹਮ ਗਿਆਨੀ ਹੈ, ਇਸ ਦਾ ਬਚਨ ਐਵੇਂ ਨਹੀਂ ਜਾਣਾ। ਪ੍ਰਾਰਥਨਾ ਕੀਤੀ ਦੋਵੇਂ ਹੱਥ ਜੋੜ ਕੇ, ਮਹਾਰਾਜ ਇਹ ਸ਼ਰਾਪ ਖਤਮ ਕਦ ਹੋਏਗਾ ਜੋ ਆਪ ਨੇ ਮੈਨੂੰ ਸ਼ਰਾਪ ਦੇ ਦਿੱਤਾ। ਕਹਿਣ ਲੱਗੇ, ਇਹਦਾ ਖਾਤਮਾ ਹੋਏਗਾ ਕਲਯੁਗ ਵਿੱਚ। ਤ੍ਰੇਤੇ ਯੁੱਗ ਦੇ ਹਜ਼ਾਰਾਂ ਸਾਲ ਰਹਿੰਦੇ ਹਨ। ਉਸ ਤੋਂ ਬਾਅਦ 8,64,000 ਵਰਸ ਦੁਆਪਰ ਯੁੱਗ ਦਾ, ਫਿਰ 5,000 ਵਰਸ ਕਲਯੁਗ ਵੀ ਬੀਤ ਜਾਏਗਾ। ਕਲਯੁਗ ਦੇ ਵਿੱਚ ਜੀਵਾਂ ਦੇ ਉਧਾਰ ਕਰਨ ਵਾਸਤੇ ਸੰਤ ਅਵਤਾਰ ਗੁਰੂ ਨਾਨਕ ਜੀ ਗੁਰੂ ਅਵਤਾਰ ਹੋਣਗੇ। ਉਹ 7 ਦੀਪਾਂ ਨਵਾਂ ਖੰਡਾਂ ਵਿੱਚ ਫਿਰ ਕੇ ਦੁਨੀਆ ਦੇ ਲੋਕਾਂ ਨੂੰ ਸਮੇਂ ਦੇ ਅਨੁਸਾਰ ਸੌਖਾ ਰਸਤਾ, ਨਾਮਦਾਨ, ਇਸ਼ਨਾਨ, ਗੁਰਸਿੱਖੀ, ਭਗਤੀ ਮਾਰਗ ਦ੍ਰਿੜ ਕਰਵਾਉਣਗੇ। ਉਹ ਤੇਰੇ ਸਿਰ 'ਤੇ ਰਾਤ ਕੱਟਣਗੇ, ਉਸ ਮੌਕੇ ਤੇਰੇ ਸ਼ਰਾਪ ਦਾ ਖਾਤਮਾ ਹੋਏਗਾ। ਇਹ ਮੈਂ ਬਚਨ ਜਦੋਂ ਉਹਨਾਂ ਕਿਹਾ ਸੁਣ ਲਿਆ। ਆਪ ਇੰਨੀ ਗੱਲ ਕਹਿ ਕੇ ਲੰਘੇ। ਸੋ ਮਹਾਰਾਜ ਕੁਝ ਸਾਲ ਤੋਂ ਬਾਅਦ ਮੇਰੇ ਸਰੀਰ ਦਾ ਅੰਤ ਹੋ ਗਿਆ। ਉਦੋਂ ਦਾ ਹੀ ਮੈਂ ਮੱਛ ਜੋਨੀ ਪਿਆ ਹੋਇਆ। ਕਿੰਨਾ ਸਮਾਂ ਗੁਜ਼ਰ ਗਿਆ ਹੈ। ਹੁਣ ਆਪ ਦੀ ਕਿਰਪਾ ਹੋਈ ਹੈ, ਮੇਰੇ ਸਿਰ 'ਤੇ ਰਾਤ ਕੱਟੀ, ਹੁਣ ਮੇਰੇ ਸ਼ਰਾਪ ਦਾ ਖਾਤਮਾ ਹੋਇਆ। ਉਹ ਜੋ ਤਪ ਆਦਿ ਮੈਂ ਕੀਤਾ ਹੈ ਉਹਦਾ ਫਲ ਭੋਗਣ ਵਾਸਤੇ ਮੈਂ ਸੁਰਗ ਨੂੰ ਚੱਲਿਆ। ਹਾਂ ਇਉਂ ਯਾਨੀ ਇੱਥੇ ਇਸ ਗੱਲ ਵਿੱਚ ਸਿੱਧ ਹੋਇਆ ਸਤੋਗੁਣੀ ਤਪ ਸਤਸੰਗ। ਸਤਸੰਗ ਵਾਲੀ ਪ੍ਰੇਰਦੇ ਸੀ ਉਹ, ਹੋਰ ਉਹਦਾ ਕੋਈ ਮਤਲਬ ਹੀ ਨਹੀਂ ਸੀ। ਸਤਸੰਗ ਜੋ ਹੈ ਜਾਂ ਮਨ ਦੀ ਇਕਾਗਰਤਾ ਰੂਪੀ ਸਾਧਨ ਹੈ, ਇਹ ਸਤੋਗੁਣੀ ਤਪ ਹੈ। ਇਸ ਦੁਆਰਾ ਹੀ ਤਮਾਮ ਰੂਹਾਨੀ ਰਾਜ਼ਾਂ ਦੀ ਸੂਝ-ਬੂਝ ਪੈਂਦੀ ਹੈ। ਇਸ ਕਰਕੇ ਇਹ ਜਨਮ ਦੀ ਸਫਲਤਾ ਦਾ ਸੌਖਾ ਸਾਧਨ ਹੈ।